ਮੇਰੇ ਵੀਰੋ ਤੇ ਭੈਣੋ, ਅੱਜ ਫੇਰ ਮੈਂ ਤੁਹਾਡੇ ਨਾਲ ਅੱਜ ਗੱਲਬਾਤ ਕਰਨਾ ਚਾਹੁੰਦਾ ਔਰ ਤੁਹਾਡੇ ਕਈ ਸਵਾਲ ਆਏ ਨੇ, ਉਹਨਾਂ ਦਾ ਜਵਾਬ ਵੀ ਮੈਂ ਦੇਣਾ ਔਰ ਮੈਂ ਜਿਹੜੀਆਂ ਗੱਲਾਂ ਮੇਰੇ ਕੁਝ ਦਿਲ ਦੀਆਂ ਨੇ ਉਹ ਵੀ ਤੁਹਾਡੇ ਨਾਲ ਮੈਂ ਪਹਿਲਾਂ ਕਰਨਾ ਚਾਹੁੰਦਾ। ਪਹਿਲੀ ਗੱਲ ਤਾਂ ਇਹ ਹੈ, ਜੋ ਸਾਡੇ ਸਾਰੇ ਪੰਜਾਬੀਆਂ ਦੇ ਅੱਜ ਮਨ 'ਚ ਇਹ ਗੱਲ ਵਸੀ ਹੋਈ ਹੈ ਕਿ ਸਾਡੇ ਵੀਰ, ਸਾਡੀ ਭੈਣਾਂ, ਬੱਚੇ ਅੱਜ ਦਿੱਲੀ ਦੇ ਬਾਰਡਰ 'ਤੇ ਬੈਠੇ ਨੇ। ਸਭ ਉਸ ਵਾਸਤੇ ਬੈਠੇ ਨੇ ਕਿ ਜਿਹੜੀ ਇਹ ਸੈਂਟਰ ਦੀ ਸਰਕਾਰ ਹੈ, ਜਿਨ੍ਹਾਂ ਨੇ ਕਾਨੂੰਨ ਸਾਡੇ ਖੇਤੀ ਦੇ ਕੀਤੇ ਨੇ ਬਗੈਰ ਸਾਨੂੰ ਪੁੱਛੇ ਔਰ ਇਹ ਜਾਣਦੇ ਹੋਏ ਕਿ ਉਹਨਾਂ ਨੂੰ ਕੋਈ ਅਧਿਕਾਰ ਨਹੀਂ ਇਹ ਕਰਨ ਦਾ, ਕਿਉਂਕਿ ਜਿੱਥੇ ਤਾਈਂ ਖੇਤੀਬਾੜੀ ਦਾ ਸਾਡੇ ਕੌਨਸਟੀਟਿਊਸ਼ਨ ਦੇ ਵਿੱਚ ਆ, ਸੰਵਿਧਾਨ ਦੇ ਵਿੱਚ ਹੈ, ਉਹ ਸਟੇਟ ਦਾ ਸਬਜੈਕਟ ਹੈ, ਉਹਨਾਂ ਦਾ ਸੈਂਟਰ ਦਾ ਸਬਜੈਕਟ ਨਹੀਂ ਹੈ। ਸ਼ਡਿਊਲ 7 ਦਾ 2ਵਾਂ ਹਿੱਸਾ ਦੇ ਵਿੱਚ 2 ਹਿੱਸੇ ਨੇ। ਪਹਿਲਾ ਹਿੱਸਾ ਦੱਸਦਾ ਹੈ ਕਿ ਕਿਹੜੀਆਂ ਚੀਜ਼ਾਂ ਸੈਂਟਰ ਸੰਭਾਲਦੀ ਹੈ ਔਰ ਦੂਜਾ ਹਿੱਸਾ ਦੱਸਦਾ ਹੈ ਕਿ ਸਟੇਟਾਂ ਦੇ ਕੋਲ ਕੀ ਹੈ। ਔਰ ਐਗਰੀਕਲਚਰ, ਖੇਤੀਬਾੜੀ ਸਟੇਟਾਂ ਦਾ ਸਬਜੈਕਟ ਹੈ। ਬਗੈਰ ਸਾਨੂੰ ਪੁੱਛੇ, ਬਗੈਰ ਕਾਨੂੰਨ ਕੁਝ ਬਦਲੇ, ਫਟ ਜਾ ਕੇ ਨਵੇਂ ਕਾਨੂੰਨ ਚੱਕ ਕੇ ਉੱਥੇ ਮਾਰੇ ਔਰ ਹਾਲਾਤ ਇਹ ਬਣਾ ਦਿੱਤੇ। ਅੱਜ ਕਿਸਾਨੀ ਤੁਹਾਡੀ ਉੱਥੇ ਬੈਠੀ ਹੈ। ਕਿਉਂ? ਅੱਜ ਤੁਸੀਂ ਦੇਖਿਆ ਕਿੰਨੇ ਬਜ਼ੁਰਗ ਉੱਥੇ ਬੈਠੇ ਨੇ। ਉਹ ਬਜ਼ੁਰਗ ਆਪਣੇ ਵਾਸਤੇ ਨਹੀਂ ਬੈਠੇ, ਕਿਉਂਕਿ ਉਹਨਾਂ ਦੇ ਤਾਂ 5 ਸਾਲ ਹੈ, ਹੋਰ 4 ਸਾਲ ਨੇ ਜਾਂ 6 ਸਾਲ ਨੇ। ਉਹ ਬੈਠੇ ਨੇ ਤੁਹਾਡੇ ਵਾਸਤੇ, ਬੱਚਿਆਂ ਵਾਸਤੇ, ਨਵੀਂ ਪੀੜ੍ਹੀ ਵਾਸਤੇ ਬੈਠੇ ਨੇ ਕਿ ਜਿਹੜੇ ਇਹ ਕਾਨੂੰਨ ਅਗਰ ਇਹ ਲਾਗੂ ਹੋ ਜਾਣ ਕਿ ਸਾਡੇ ਅਗਲੀ ਪੀੜ੍ਹੀ ਦਾ ਕੀ ਬਣੂਗਾ। ਹੁਣ ਮੈਂ ਮਿਸਾਲ ਦੇ ਤੌਰ 'ਤੇ ਦੱਸਦਾ, MSP ਮਿਲਦੀ ਸੀ ਹਰ ਸਾਲ। ਸਾਡੀ ਪਾਰਟੀ ਜਦੋਂ ਤੋਂ ਇਹ ਸ਼ੁਰੂ ਹੋਈ ਹੈ 1966 'ਚੋਂ MSP, ਉਦੋਂ ਤੋਂ ਲਗਾਤਾਰ ਦਿੰਦੇ ਆਏ ਨੇ ਔਰ ਕਿਸੇ ਨੇ ਕਦੇ ਪੁੱਛਿਆ ਹੀ ਨਹੀਂ ਕਿ MSP ਮਿਲੂਗੀ ਜਾਂ ਨਹੀਂ ਮਿਲੂਗੀ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਸਾਨੂੰ MSP ਮਿਲੂਗੀ। ਔਰ ਉਹ ਜਿਹੜੀ MSP ਹੈ ਕੀ ਚੀਜ਼ ਹੈ ਕਿ ਜਿਹੜੀ ਤੁਸੀਂ ਹਿੰਮਤ ਕਰਦੇ ਹੋ, ਤੁਸੀਂ ਮਿਹਨਤ ਕਰਦੇ ਹੋ, ਉਹ ਇੱਕ ਸਰਕਾਰ ਇੱਕ ਭਾਅ ਦੱਸਦੀ ਹੈ ਕਿ ਅਸੀਂ ਇਸ ਭਾਅ 'ਤੇ ਖਰੀਦਾਂਗੇ। ਖਰੀਦ ਕੌਣ ਕਰਦਾ ਹੈ? ਫੂਡ ਕਾਰਪੋਰੇਸ਼ਨ। ਫੂਡ ਕਾਰਪੋਰੇਸ਼ਨ ਸਾਡੇ ਆਪਣੇ ਵੀ ਪੰਜਾਬ ਸਰਕਾਰ ਦੇ ਵੀ ਮਹਿਕਮੇ ਨੇ, ਉਹਨਾਂ ਦੇ ਰਾਹੀਂ, ਲੇਕਿਨ ਪੈਸਾ ਸਰਕਾਰ, ਗਵਰਨਮੈਂਟ ਆਫ ਇੰਡੀਆ ਦਾ ਹੈ ਔਰ ਉਹ ਕਰਕੇ ਫੂਡ ਕਾਰਪੋਰੇਸ਼ਨ ਚੱਕਦੀ ਹੈ। ਫੂਡ ਮਿਨਿਸਟਰੀ ਸੈਂਟਰ ਸਰਕਾਰ ਦੇ ਕੋਲ ਇਹ ਸਾਰਾ ਕਣਕ, ਝੋਨਾ ਵਗੈਰਾ ਜਾਂਦਾ ਹੈ ਔਰ ਉਹ ਫਿਰ ਪਬਲਿਕ ਡਿਸਟਰੀਬਿਊਸ਼ਨ ਸਿਸਟਮ 'ਚ ਜਾਂਦਾ ਹੈ, ਮਿਨਿਸਟਰੀ ਆਫ ਫੂਡ ਦੇ ਰਾਹੀਂ, ਜਿਹੜੇ ਲੋਕਾਂ ਨੂੰ, ਜਿਹੜੇ ਸਾਡੇ ਗਰੀਬ ਲੋਕ ਬੈਠੇ ਨੇ ਦੇਸ਼ 'ਚ, ਉੱਥੇ ਵੰਡ ਕੇ ਪਾਉਣ ਨੂੰ। MSP ਚੱਕਤਾ, ਮੰਡੀ ਸਿਸਟਮ ਚੱਕਤੀ, ਜਿਹੜਾ ਕੁਛ PDS ਦਾ ਸਿਸਟਮ ਪਤਾ ਨਹੀਂ ਇਹਨਾਂ ਨੇ ਕੈਸੇ ਲਾਗੂ ਰੱਖਣਾ, ਕਿਉਂਕਿ ਅਗਰ FCI ਨਹੀਂ ਰਹੇਗੀ, FCI ਵੀ ਚੱਕਣ ਵਾਸਤੇ ਇਹਨਾਂ ਨੇ ਸਭ ਕੁਛ ਕਰਤਾ। ਫਿਰ ਕੌਣ ਵੰਡੂਗਾ ਗਰੀਬਾਂ ਵਾਸਤੇ? ਔਰ ਇਹ ਹਾਲਾਤ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜਿੱਦਣ ਇਹ ਬਹਿਸ ਚੱਲ ਰਹੀ ਸੀ ਵਿਧਾਨ ਸਭਾ ਦੇ ਵਿੱਚ, ਉਸ ਦਿਨ ਇੱਕ MLA ਸਾਹਿਬ ਨੇ ਉੱਥੇ ਬਿਆਨ 'ਚ ਦੱਸਿਆ ਸੀ ਕਿ ਉਸ ਦਿਨ ਸਵੇਰੇ ਆਪਣੇ ਹੁਸ਼ਿਆਰਪੁਰ ਦੇ ਵਿੱਚ, ਜਿੱਥੇ MSP ਸੀ ਮੱਕੀ ਦੇ ਵਿੱਚ 1800 ਰੁਪਏ, ਉਸ ਜਿਹੜਾ ਕੋਈ ਮੰਡੀ ਦੇ ਵਿੱਚ ਲੈ ਕੇ ਗਿਆ ਸੀ ਉਹਨੂੰ 600 ਰੁਪਏ 'ਤੇ ਵੇਚਣੀ ਪਈ। ਇਹ ਹੋਏਗਾ ਸਾਡੇ ਨਾਲ ਅਗਰ ਇਹ ਗੱਲਾਂ ਹੁੰਦੀਆਂ, ਜਿਹੜੀਆਂ ਚਾਹੁੰਦੇ ਨੇ ਇਹ ਸਾਡੇ ਕਿਸਾਨੀ ਦੇ ਨਾਲ ਕਰਨ। ਤਾਂ ਹੀ ਕਿਸਾਨੀ ਅੱਜ ਦੇਖਣੀ ਹੈ ਕਿ ਅੱਜ ਜਿਹੜੇ ਸਾਡੇ 75% ਤਾਂ ਸਾਡੇ ਕਿਸਾਨ, ਕਿਸੇ ਕੋਲ 2 ਏਕੜ ਹੈ, ਕਿਸੇ ਕੋਲ 1 ਕਿੱਲਾ ਹੈ, ਕਿਸੇ ਕੋਲ 1.5 ਕਿੱਲਾ ਹੈ, ਉਹ ਕੈਸੇ ਆਪਣਾ ਗੁਜ਼ਾਰਾ ਕਰਨਗੇ ਅਗਰ ਤੁਸੀਂ ਕੋਈ ਭਾਵ, ਉਹਨਾਂ ਨੂੰ ਪਤਾ ਵੀ ਨਹੀਂ ਕਿ ਸਾਨੂੰ ਮਿਲੂਗਾ ਕੀ। ਅਗਰ ਇਹ ਹੋਣ ਲੱਗ ਜੇ ਉੱਥੇ, ਔਰ ਅੱਜ ਜਿਹੜਾ ਕਣਕ ਦਾ ਜਾਂ ਝੋਨੇ ਦਾ ਤੁਹਾਨੂੰ ਇੱਥੇ ਮਿਲ ਰਿਹਾ ਹੈ, ਉਹਦਾ ਤੁਹਾਨੂੰ ਖੁੱਲ੍ਹੇ ਮਾਰਕੀਟ ਦੇ ਵਿੱਚ ਇਹ ਜਿਹੜੇ ਵੱਡੇ ਕੋਈ ਆਉਣਗੇ ਖਰੀਦਣ ਨੂੰ, ਉਹ ਤੁਹਾਨੂੰ ਦੇਣ, ਫਿਰ ਤੁਹਾਡੇ ਕੋਲ ਤੁਹਾਨੂੰ ਮਿਲੂਗਾ ਕੀ? ਤੁਹਾਨੂੰ ਜਿੰਨੀ ਤੁਹਾਡੀ ਆਮਦਨ ਆ ਜਾਏ ਉਸ ਤੋਂ ਘੱਟ ਜਾਣੀ ਹੈ। ਤਾਂ ਇਹ ਚੀਜ਼ਾਂ ਇਹਨਾਂ ਨੇ ਬਗੈਰ ਸੋਚੇ ਔਰ ਇੱਥੇ ਜਾ ਕੇ ਲਾਗੂ ਕਰ ਦਿੱਤੀਆਂ ਔਰ ਸਾਰੀ ਕਿਸਾਨੀ ਅੱਜ ਹਿੰਦੁਸਤਾਨ ਦੀ ਉੱਠੀ ਹੋਈ ਹੈ। 80% ਸਾਡੇ ਹਿੰਦੁਸਤਾਨ ਦੇ ਜਿਹੜੇ ਲੋਕ ਵਸਦੇ ਨੇ ਉਹ ਪਿੰਡਾਂ ਦੇ ਵਿੱਚ ਵਸਦੇ ਨੇ ਔਰ ਅੱਜ ਇਹਨਾਂ ਨੂੰ ਤਾਂ ਹੀ ਕਿਸਾਨੀ ਅੱਜ ਉੱਥੇ ਬੈਠੀ ਹੈ ਠੰਡ ਦੇ ਵਿੱਚ। ਔਰ ਜਿਸ ਤਰੀਕੇ ਨਾਲ ਬਾਰਿਸ਼ ਆਈ ਸੀ, ਗਿੱਲੀਆਂ ਰਜਾਈਆਂ ਦੇ ਵਿੱਚ ਗਿੱਲੇ, ਉੱਥੇ ਤਰਪਾਲਾਂ ਪਾਈਆਂ ਨੇ, ਤਰਪਾਲ ਪਾਣੀ ਰੋਕਦਾ ਨਹੀਂ ਔਰ ਉੱਥੇ ਵਿਚਾਰੇ ਗਰੀਬ ਉੱਥੇ ਅੱਗ ਸੇਕਦੇ ਹੋਏ ਉੱਥੇ ਬੈਠੇ ਨੇ ਸਭ ਤੁਹਾਡੇ ਸਾਹਮਣੇ। ਔਰ ਕੀ ਹੋਇਆ? ਨਤੀਜਾ ਇਹ ਨਿਕਲਿਆ। ਆ ਲਓ, ਮੇਰੇ ਕੋਲ ਅੱਜ 76 ਲੋਕਾਂ ਦੀ ਇੱਥੇ ਖਬਰ ਆਈ ਹੈ ਕਿ ਇਹ ਸਾਡੇ ਇਸ ਕਿਸਾਨੀ ਦੇ ਅੰਦੋਲਨ ਦੇ ਵਿੱਚ ਪੂਰੇ ਹੋ ਗਏ ਨੇ। ਬਜ਼ੁਰਗ ਹੋਣੇ ਹੈ ਠੰਡ ਦੇ ਵਿੱਚ ਇਸ ਤਰੀਕੇ ਨਾਲ ਜਾਣੇ। ਅਸੀਂ ਆਪਣੇ ਵੱਲੋਂ ਹਰ ਬੰਦੇ ਨੂੰ, ਜਿਹੜੇ ਮੇਰੇ ਕੋਲ 76 ਪਹੁੰਚੇ ਨੇ ਇੱਥੇ, ਮੇਰੇ ਕੋਲ ਕਾਗਜ਼ ਸ਼ਾਇਦ ਹੋਰ ਹੋਣ ਪਰ ਹਾਲੇ ਤੱਕ ਮੇਰੇ ਦਫ਼ਤਰ ਦੇ ਵਿੱਚ 76 ਪਹੁੰਚੇ ਨੇ,
ਅਸੀਂ 5-5 ਲੱਖ ਰੁਪਈਆ ਸਾਰੇ ਪਰਿਵਾਰਾਂ ਨੂੰ ਦੇ ਰਹੇ ਹਾਂ ਉਹਨਾਂ ਦੀ ਮਦਦ ਵਾਸਤੇ। ਔਰ ਮੈਂ ਅੱਜ ਐਲਾਨ ਕਰਦਾ ਕਿ ਹਰ ਜਿਹੜਾ ਕਿਸਾਨ ਉੱਥੇ ਸ਼ਹੀਦ ਹੁੰਦਾ ਇਸ ਅੰਦੋਲਨ ਦੇ ਵਿੱਚ, ਉਹਦੇ ਇੱਕ ਬੱਚੇ ਨੂੰ ਅਸੀਂ ਨੌਕਰੀ ਦੇਵਾਂਗੇ, ਸਰਕਾਰ ਦੇਊਗੀ ਆਪਣੀ ਨੌਕਰੀ। ਇਹ ਗੱਲਾਂ ਤਾਂ ਅਸੀਂ ਕਰ ਸਕਦੇ ਹਾਂ, ਲੇਕਿਨ ਮੈਨੂੰ ਹੈਰਾਨੀ ਇਸ ਗੱਲ ਦੀ ਹੈ ਕਿ ਸੈਂਟਰ ਵਾਲੇ ਕੋਈ ਸੋਚਦੇ ਨਹੀਂ। ਆ ਦੇਖੋ, ਅੱਜ ਮੈਨੂੰ ਇੱਕ ਸਵਾਲ ਆਇਆ ਹੈ, ਇਹ ਆਇਆ ਹਰਦੇਵ ਸਿੱਧੂ ਤਰਨ ਤੋਂ, ਕਿ ਇਹ ਪੁੱਛ ਰਹੇ ਨੇ ਕਿ ਇਹਨਾਂ ਦੇ ਵਿੱਚ ਇਹ ਸਰਕਾਰ ਕਦੇ ਸੋਚਦੀ ਨਹੀਂ ਕਿ ਕਰਦੀ ਕੀ ਹੈ। ਅਸੀਂ ਲੋਕ ਰਾਜ ਦੇ ਵਿੱਚ ਰਹਿ ਰਹੇ ਹਾਂ ਜਾਂ ਨਹੀਂ। ਮੈਨੂੰ ਤਾਂ ਇਹ ਤੁਸੀਂ ਉਹਨਾਂ ਨੂੰ ਕਰੋ, ਉਹਨਾਂ ਨੂੰ ਪੁੱਛੋ ਜਦ ਆਉਣਗੇ ਕੋਈ BJP ਵਾਲੇ ਕਿ ਬਈ ਤੁਸੀਂ ਇਹ ਲੋਕ ਰਾਜ ਹੈ ਜਾਂ ਕਿਆ ਹੈ, ਇੱਥੇ ਤੁਸੀਂ ਕੀ ਬਣਾ ਦਿੱਤਾ ਸਾਡੇ ਪੰਜਾਬ ਦਾ। ਮੈਂ ਤੁਹਾਡੇ ਨਾਲ ਹਰਦੇਵ ਜੀ ਬਿਲਕੁਲ ਸਹਿਮਤ ਹੈ ਕਿ ਜੋ ਇਹਨਾਂ ਨੇ ਇਹ ਕਰ ਰਹੇ ਨੇ ਇਹ ਬਿਲਕੁਲ ਕਾਨੂੰਨ ਇਨਸਾਨੀਅਤ ਦੇ ਉਲਟ ਨੇ। ਔਰ ਇਹ ਨਹੀਂ ਇਹ ਸਮਝਦੇ, ਕਿਉਂਕਿ ਉਹਨਾਂ ਦੇ ਵਿੱਚੋਂ ਤਾਂ ਬੜੇ ਘੱਟ ਲੋਕ ਨੇ ਜੋ ਕਿਸਾਨੀ ਕਰਦੇ ਨੇ। ਉਹ ਤਾਂ ਵੇਚਣ ਵਾਲੇ ਨੇ, ਖਰੀਦਣ ਵਾਲੇ ਨਹੀਂ, ਜਾਂ ਪੈਦਾ ਕਰਨ ਵਾਲੇ ਨਹੀਂ। ਉਹ ਤਾਂ ਖਰੀਦ ਕੇ ਵੇਚ ਦਿੰਦੇ ਨੇ ਅੱਗੇ। ਤੋ ਇਹ ਚੀਜ਼ਾਂ ਇਹ ਸਵਾਲ ਉਹਨਾਂ ਨੂੰ ਆਪਾਂ ਨੂੰ ਕਰਨਾ ਪਊ। ਦੂਸਰਾ ਮੈਨੂੰ ਇੱਕ ਸਵਾਲ ਆਇਆ 64 ਸਾਡੇ ਪਟਿਆਲੇ ਦੇ ਕੋਲ ਹੈ, ਪੰਚਾਇਤ ਮੈਂਬਰ ਹੈ, ਕਿ ਇੱਥੇ ਜਿਹੜਾ ਦੁੱਧ ਵਿਕ ਰਿਹਾ ਉਹਦੇ ਵਿੱਚ ਬਹੁਤ ਮਿਲਾਵਟ ਹੋ ਰਹੀ ਹੈ। ਮੈਂ ਅੱਜ ਉਹਨਾਂ ਨੂੰ ਕਹਿ ਦਿੱਤਾ ਮਹਿਕਮੇ ਨੂੰ ਇੱਕਦਮ ਆਪਾਂ ਨੂੰ ਚਾਲੂ ਕਰਨੇ ਪਏਗਾ ਪ੍ਰੋਗਰਾਮ ਦੁਬਾਰਾ ਚੈਕਿੰਗ ਦਾ। ਔਰ ਜਿੱਥੇ ਮੈਨੂੰ ਪਤਾ ਲੱਗਿਆ ਕਿ ਕੋਈ ਇਹੋ ਜਿਹੀ ਗੱਲ ਕਰ ਰਿਹਾ ਔਰ ਬਨੌਟੀ ਦੁੱਧ ਵੇਚ ਰਿਹਾ ਲੋਕਾਂ ਨੂੰ, ਵਿੱਚ ਕੁਝ ਪਾ ਕੇ ਕਦੇ ਯੂਰੀਆ ਪਾ ਦਿੰਦੇ ਨੇ ਵਿੱਚ, ਕਦੇ ਕੁਝ ਹੋਰ ਪਾ ਦਿੰਦੇ ਨੇ, ਸਖਤ ਕਦਮ ਅਸੀਂ ਚੱਕਾਂਗੇ। ਇਹ ਮੈਂ ਤੁਹਾਨੂੰ ਗਾਰੰਟੀ ਕਰਦਾ। ਤੁਸੀਂ ਆਪਣਾ ਨਾਂ ਨਹੀਂ ਦਿੱਤਾ, ਤੁਸੀਂ ਸਿਰਫ ਕਿਹਾ ਪੰਚਾਇਤ ਦਾ ਮੈਂਬਰ ਪਿੰਡ 64 ਪਟਿਆਲਾ। ਤੋ ਜੋ ਵੀ ਹੈ ਤੁਸੀਂ ਸੁਣਦੇ ਹੋਵੋਗੇ, ਤੁਸੀਂ ਆਹ ਗੱਲ ਆਪਣੇ ਮਨ 'ਚ ਵਸਾ ਲੈਣਾ ਕਿ ਅਸੀਂ ਇਹ ਬਿਲਕੁਲ ਇਹ ਹੋਣ ਨਹੀਂ ਦੇਣੀ। ਇਹ ਪ੍ਰਵੀਨ ਸਿੰਘ ਜੀ ਪਠਾਨਕੋਟ ਤੋਂ ਕਹਿ ਰਹੇ ਨੇ ਕਿ ਸਾਡੇ ਪਿੰਡ ਵਿੱਚ, ਮੈਂ ਪਿੰਡ ਖਡਾਵਰ ਪਠਾਨਕੋਟ ਦੇ ਵਿੱਚੋਂ ਹੈ, ਡੇਲੀ ਕੋਈ ਬਨੌਟੀ ਸ਼ਰਾਬ ਵੇਚਣ ਵਾਲਾ 4 ਵਜੇ ਆਉਂਦੇ ਨੇ ਔਰ 10 ਵਜੇ ਰਾਤ ਨੂੰ ਜਾਂਦੇ ਨੇ, ਔਰ ਕੋਈ ਐਕਸ਼ਨ ਨਹੀਂ ਲਿੱਤਾ ਜਾ ਰਿਹਾ। ਮੈਂ ਹੁਣੀ ਸਪੈਸ਼ਲ ਟਾਸਕ ਫੋਰਸ ਜੋ ਬਣਾਈ ਹੈ ਇਸ ਵਾਸਤੇ ਉਹਨਾਂ ਨੂੰ ਕਹਿ ਰਿਹਾ, ਪੁਲਿਸ ਨੂੰ ਕਹਿ ਰਿਹਾ ਕਿ ਸਾਰੇ ਇੱਥੇ ਇਹਨਾਂ ਨੂੰ ਫੜਨ ਔਰ ਸਾਰੇ ਕਿਤੇ ਇੱਥੇ ਤਿਆਰੀ ਕਰਨ, ਜਿੱਥੇ ਲੋਕ ਜਾਣਦੇ ਨੇ, ਜਿਹੜੇ ਵੀ ਪਿੰਡਾਂ 'ਚ ਛਾਪੇ ਮਾਰ ਕੇ ਇਹਨਾਂ ਨੂੰ ਫੜਨ। ਔਰ ਅਸੀਂ ਸਖਤੀ ਕਰਾਂਗੇ ਬਹੁਤ, ਕਿਉਂਕਿ ਇਹ ਹੈ ਬਨੌਟੀ ਜਿਹਦੇ ਨਾਲ ਸਾਡੀ ਤਰਨਤਾਰਨ ਵਗੈਰਾ ਵਿੱਚ ਵੀ ਉੱਥੇ ਲੋਕਾਂ ਦੀ ਜਾਨਾਂ ਗਈਆਂ ਸੀ। ਔਰ ਮੈਂ ਹੁਣ ਨਹੀਂ ਦੇਣਾ ਪੰਜਾਬ 'ਚ। ਮੈਂ ਕਿਹਾ ਹੋਇਆ ਪਹਿਲਾਂ, ਔਰ ਅੱਜ ਤੋਂ ਅਸੀਂ ਸਖਤੀ ਕਰਕੇ ਇਸ ਨੂੰ ਰੋਕਾਂਗੇ। ਬਲਪ੍ਰੀਤ ਜੀ ਰਾਜਪੁਰੇ ਤੋਂ ਲਿਖਦੇ ਨੇ ਕਿ ਇੱਕ ਨਾਨਕ ਸਿੰਘ ਜੀ ਨੇ ਉੱਥੇ, ਇਹ ਬਹੁਤ ਗਰੀਬ ਨੇ, ਉਹਨਾਂ ਬਹੁਤ ਬਿਰਧ ਨੇ, ਉਹਨਾਂ ਦੇ ਕੋਈ ਬੱਚਾ ਨਹੀਂ, ਕੋਈ ਘਰ 'ਚ ਨਹੀਂ ਕੋਈ, ਕਦੇ ਆਪਣੇ ਭੈਣ ਕੋਲ ਰਹਿ ਜਾਂਦੇ ਨੇ, ਕਦੇ ਕੁਛ ਵੇਚ ਲੈਂਦੇ ਨੇ ਥੋੜ੍ਹਾ ਬਹੁਤਾ ਅਗਰ ਉਹਨਾਂ 'ਚ ਕੁਝ ਕਿਸੇ ਦਿਨ ਹਿੰਮਤ ਹੈ ਘੁੰਮਣ ਦੀ। ਔਰ ਬੜੇ ਹੈਂਡੀਕੈਪ ਨੇ ਔਰ ਬੜੀ ਮੁਸ਼ਕਿਲ ਤਰੀਕੇ ਨਾਲ ਖੜ੍ਹਦੇ ਵੀ ਨੇ, ਔਰ ਉਹ ਚਾਹੁੰਦੇ ਨੇ ਕਿ ਇਹਨਾਂ ਦੀ ਕੋਈ ਮਦਦ ਕੀਤੀ ਜਾਵੇ। ਮੈਂ ਇਹਨਾਂ ਦੀ ਹੁਣੀ ਸਾਡੇ ਦਫ਼ਤਰ ਵੱਲੋਂ ਅਸੀਂ ਉਹਨਾਂ ਦੀ ਫਾਈਨੈਂਸ਼ੀਅਲ ਅਸਿਸਟੈਂਸ ਕੁਝ ਭੇਜਾਂਗੇ ਤਾਂ ਕਿ ਉਹਨਾਂ ਦੀ ਅਸੀਂ ਮਦਦ ਕਰ ਸਕੀਏ, ਔਰ ਨਾਲੇ ਇਹਨਾਂ ਨੂੰ ਪੈਨਸ਼ਨ ਕਰਾਵਾਂਗੇ ਅਸੀਂ। ਸੋ ਇਹ ਦੋਨੋਂ ਚੀਜ਼ਾਂ ਅਸੀਂ ਕਰਾਵਾਂਗੇ ਉਹਨਾਂ ਵਾਸਤੇ। ਤੁਸੀਂ ਅੱਜ ਕਿਹਾ ਭੀਮਾ ਸਿੰਘ ਜੀ ਲੁਧਿਆਣੇ ਹੋ ਕੇ ਤੁਹਾਨੂੰ ਬੜੀ ਖੁਸ਼ੀ ਹੈ ਇਹ ਬਸੇਰਾ ਸਕੀਮ ਦੀ। ਮੈਂ ਆਸ ਕਰਦਾ ਕਿ ਬਹੁਤ ਜਲਦੀ ਹੀ ਇਸ ਨੂੰ ਲਾਗੂ ਕੀਤਾ ਜਾਊਗਾ। ਔਰ ਅਗਰ ਕੋਈ ਢਿੱਲ ਹੋਈ ਸਾਡੇ ਵੱਲੋਂ, ਸਰਕਾਰ ਵੱਲੋਂ, ਤੁਸੀਂ ਮੈਨੂੰ ਜ਼ਰੂਰ ਇਹ ਦੁਬਾਰਾ ਲਿਖ ਕੇ ਦੱਸਣਾ। ਅਸੀਂ ਇਹਨੂੰ ਬਿਲਕੁਲ ਸਿਰੇ ਚੜ੍ਹਾ ਕੇ ਰੱਖਾਂਗੇ ਔਰ ਉਹ ਬੜੀ ਜਲਦੀ। ਮੈਂ ਤਾਂ ਬਹੁਤ ਦੇਰ ਦੀ ਚਾਹੁੰਦਾ ਸੀ ਸਕੀਮ ਅਸੀਂ ਕਰੀਏ ਕਿ ਜਿਹੜੇ ਗਰੀਬ ਸਾਡੇ ਇੱਥੇ ਸਲਮ ਨੇ ਆਪਣੇ ਸ਼ਹਿਰਾਂ ਦੇ ਵਿੱਚ ਜਾਂ ਹੋਰ ਜਿੱਥੇ ਉਹਨਾਂ ਦੀ ਜਿੱਥੇ ਵਸਦੇ ਨੇ ਲੋਕ, ਉਹ ਜ਼ਮੀਨ ਉਹਨਾਂ ਦੀ ਨਾਮ ਕੀਤੀ ਜਾਵੇ। ਔਰ ਅਸੀਂ ਇਹ ਪ੍ਰੋਜੈਕਟ ਹੁਣ ਕਰ ਦਿੱਤਾ ਹੈ। ਔਰ ਇਹ ਤੁਹਾਡੀ ਜਿੱਥੇ ਤੁਹਾਡੇ ਆਪਣੇ ਗਰੀਬ ਵਸ ਰਹੇ ਨੇ ਸਲਮਸ ਦੇ ਵਿੱਚ, ਉਹ ਜ਼ਮੀਨ ਉਹਨਾਂ ਨੂੰ ਹੁਣ ਮਿਲ ਜਾਣੀ ਹੈ। ਇਹ ਅਜੈਬ ਸਿੰਘ ਜੀ ਬੋਪਾ ਰਾਏ ਗੜਸ਼ੰਕਰ ਤੋਂ ਮੈਨੂੰ ਪੁੱਛਦੇ ਨੇ, ਔਰ ਇਹ ਮੈਨੂੰ ਪਿਛਲੀ ਵਾਰ ਮੈਂ ਗਿਆ ਸੀ ਅਨੰਦਪੁਰ ਸਾਹਿਬ, ਉੱਥੇ ਵੀ ਮੈਨੂੰ ਦੱਸਿਆ ਸੀ ਅਨੰਦਪੁਰ ਸਾਹਿਬ ਵਿੱਚ। ਔਰ ਉਦੋਂ ਹੀ ਮੈਂ ਸਾਡੇ PWD ਵਾਲਿਆਂ ਨੂੰ ਕਹਿਤਾ ਸੀ ਕਿ ਤੁਸੀਂ ਇੱਕ ਸਰਕਾਰ ਬਣਾਓ, ਕਿਉਂਕਿ ਮੈਨੂੰ ਉੱਥੇ ਕਹਿਤਾ ਸੀਗਾ, ਉੱਥੇ ਜਥੇਦਾਰ ਸਾਹਿਬ ਨੇ ਮੈਨੂੰ ਕਹੀ ਸੀ ਗੱਲ ਕਿ ਇੱਥੇ ਗੜਸ਼ੰਕਰ ਤੋਂ ਇਹ ਜਿਹੜੀ ਸੜਕ ਹੈ ਬਹੁਤ ਮਾੜੀ ਹੈ। ਔਰ ਮੈਂ ਪਤਾ ਨਹੀਂ ਤੁਸੀਂ ਇਹ ਕਿਉਂ ਲਿਖਿਆ, ਕਿਉਂਕਿ ਜੋ ਮੈਨੂੰ ਰਿਪੋਰਟ ਹੁਣ ਆਈ ਹੈ ਕਿ ਇਹ
ਰੋਪੜ ਤੋਂ ਲੈ ਕੇ ਇਹ 10 ਮੀਟਰ ਦੀ ਸੜਕ ਚੌੜੀ ਹੈ ਔਰ 16.77 ਕਿਲੋਮੀਟਰ ਲੰਬੀ ਹੈ। ਇਹਦੇ ਵਿੱਚੋਂ 15.67 ਤੁਹਾਡੇ ਕਿਲੋਮੀਟਰ ਕੰਪਲੀਟ ਹੋ ਗਏ, 1 ਕਿਲੋਮੀਟਰ ਬਚਦਾ ਹੈ ਔਰ ਉਹ ਹੋਲੇ ਮਹੱਲੇ ਤੋਂ ਪਹਿਲਾਂ ਇਹਦੀ ਮੁਰੰਮਤ ਕੰਪਲੀਟ ਹੋ ਜਾਣੀ ਹੈ। ਦੂਸਰਾ ਜੋ ਹੁਸ਼ਿਆਰਪੁਰ ਦੇ ਵਿੱਚ ਸੜਕ ਇਹਦੀ ਇਹੀ ਸੜਕ ਆਉਂਦੀ ਹੈ ਉਹਨਾਂ ਦੇ ਜ਼ਿਲ੍ਹੇ 'ਚ, ਉਹ 22.4 ਕਿਲੋਮੀਟਰ ਲੈਂਥ ਗੜਸ਼ੰਕਰ ਤੋਂ ਅਨੰਦਪੁਰ ਸਾਹਿਬ ਤੱਕ ਹੈ, ਇਹ ਹੁਸ਼ਿਆਰਪੁਰ ਦੇ ਵਿੱਚ। ਔਰ ਇਹ ਹੈ 7.5 ਮੀਟਰ ਵਾਈਡ, ਜਿੰਨਾ ਮੀਟਰ ਚੌੜੀ ਹੈ। ਉਹਦੀ ਕੰਡੀਸ਼ਨ ਅੱਛੀ ਹੈ। ਇੱਕ ਸਿਰਫ 3 ਕਿਲੋਮੀਟਰ ਨੇ ਖਾਨਪੁਰ ਖੂਹੀ ਦੇ ਕੋਲ ਜਿਹਦੀ ਮੁਰੰਮਤ ਦੀ ਲੋੜ ਹੈ ਔਰ ਉਹ ਅਸੀਂ ਹੋਲੇ ਮੁਹੱਲੇ ਤੋਂ ਇਹ ਵੀ ਪੂਰੀ ਕੀਤੀ ਜਾਵੇਗੀ। ਪ੍ਰਭ ਰਤਨਪਾਲ ਜੀ ਕਪੂਰਥਲੇ ਤੋਂ ਇਹ ਕਹਿੰਦੇ ਨੇ ਕਪੂਰਥਲਾ ਮੈਡੀਕਲ ਕਾਲਜ ਦੀ ਤੁਸੀਂ ਐਲਾਨ ਕਰ ਦਿੱਤਾ, ਕਦ ਸ਼ੁਰੂ ਹੋਏਗਾ? ਸ਼ੁਰੂ ਤਾਂ ਅਸੀਂ ਕਰ ਦਿੱਤਾ ਆ ਹੁਣ ਅਗਸਤ ਇਸ ਮਹੀਨੇ ਤੋਂ, ਇਸ ਸਾਲ ਤੋਂ 21-22 ਤੋਂ, ਮਤਲਬ ਇਸ ਸਾਲ ਜਿਹੜਾ ਅਗਸਤ ਆ ਰਿਹਾ ਉਹਦੇ ਵਿੱਚੋਂ ਸਾਡੀ ਐਡਮਿਸ਼ਨਾਂ ਵੀ ਸ਼ੁਰੂ ਹੋ ਜਾਣੀਆਂ ਨੇ। तो एडमिशन ਅਸੀਂ ਸ਼ੁਰੂ ਕਰ ਰਹੇ ਹਾਂ। ਇੱਕਦਮ ਨੈਚੁਰਲੀ ਟਾਈਮ ਲੱਗਦਾ ਬਿਲਡਿੰਗਾਂ ਬਣਾਉਣ ਨੂੰ, ਤਾਂ ਟੈਂਪਰੇਰੀ ਕੰਮ ਤੇ ਅਸੀਂ ਸ਼ੁਰੂ ਕਰਕੇ ਜੈਸੇ ਬਾਕੀ ਮੈਡੀਕਲ ਕਾਲਜਸ ਵਗੈਰਾ ਲੱਗ ਰਹੇ हैं, ਆਹਿਸਤਾ ਆਹਿਸਤਾ ਬਿਲਡਿੰਗ ਬਣ ਜੂਗੀ, ਫਿਰ ਆਪਾਂ ਉਸ ਨੂੰ ਪੂਰੀ ਤਰੀਕੇ ਨਾਲ ਮੈਡੀਕਲ ਕਾਲਜ ਥੋੜ੍ਹਾ ਚੱਲੂ, ਲੇਕਿਨ ਕੰਮ ਸ਼ੁਰੂ ਹੋ ਜਾਣਾ ਤੁਹਾਡਾ। ਇਹ ਪੁੱਛੇ ਨੇ ਮਨਦੀਪ ਸਿੰਘ ਜੀ ਫਤਿਹਗੜ੍ਹ ਸਾਹਿਬ ਤੋਂ, ਇਹ ਕਹਿ ਰਹੇ ਨੇ ਕਿ ਸਾਧੂਗੜ੍ਹ ਐਨੀਮਲ ਜਿਹੜੀ ਪਸ਼ੂਆਂ ਦੀ ਮੰਡੀ ਹੈ ਫਤਿਹਗੜ੍ਹ ਸਾਹਿਬ ਦੇ ਵਿੱਚ ਬਿਲਕੁਲ ਟੁੱਟੀ ਪਈ ਹੈ। ਇਹ ਅੱਛੀ ਹੁੰਦੀ ਸੀ ਮੰਡੀ, ਹੁਣ ਹਾਲਾਤ ਮਾੜੇ ਨੇ ਅਤੇ ਇਹਦਾ ਕੁਝ ਪ੍ਰਬੰਧ ਕੀਤਾ ਜਾਵੇ ਇਹਨੂੰ ਠੀਕ ਕਰਨ ਦਾ। ਇਹ ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਹੈ। ਐਂਡ ਮਾਰਚ 21 ਇਸ ਮਾਰਚ 2021 ਜਿਹੜਾ ਹੈ ਉਹਦੇ ਵਿੱਚ ਤੋਂ ਪਹਿਲਾਂ ਅਸੀਂ ਕਰ ਦਾਂਗੇ ਇਹਨੂੰ ਮੇਰਾ ਮਤਲਬ ਕੁਛ ਅਗਲੇ ਮਹੀਨਿਆਂ 'ਚ। ਹਰੀ ਸਰਨ ਜੀ ਅੰਮ੍ਰਿਤਸਰ ਤੋਂ ਪੁੱਛਦੇ ਨੇ ਕਿ ਅੰਮ੍ਰਿਤਸਰ ਦੇ ਜੋੜਾ ਦਾ ਜਿਹੜਾ ਫਾਟਕ ਹੈ ਬਹੁਤ ਟ੍ਰੈਫਿਕ ਜੈਮ ਹੁੰਦੇ ਨੇ ਇਹਦੇ ਏਰੀਆ 'ਚ, ਕੀ ਕੀਤਾ ਜਾਊਗਾ? ਅਸੀਂ ਇਸ ਨੂੰ ਓਵਰ ਬ੍ਰਿਜ ਬਣਾਉਣ ਦੀ ਇਹਦੀ ਜ਼ਰੂਰਤ ਸੀ। ਹੁਣ ਇਹ ਇੰਟਾਇਰ ਜਿਹੜਾ ਇਹਦਾ ਆਪਾਂ ਨੂੰ ਪੈਸਾ ਇਹਦੇ ਵਾਸਤੇ ਚਾਹੀਦਾ ਉਹ ਸੀ 25 ਕਰੋੜ। ਐਂਡ ਇਹ ਇੰਪਰੂਵਮੈਂਟ ਟਰਸਟ ਨੇ ਰੇਲਵੇ ਮਹਿਕਮੇ ਦੇ ਵਿੱਚ ਜਮ੍ਹਾਂ ਕਰਾ ਦਿੱਤਾ। ਐਂਡ ਰੇਲਵੇ ਵਾਲੇ ਨੇ ਟੈਂਡਰ ਵੀ ਇਹਦੇ ਮਿਲਾ ਲਿੱਤੇ ਨੇ ਅਤੇ ਮੈਂ ਸਮਝਦਾ ਕਿ ਜਲਦੀ ਉਹ ਕੰਮ ਇਹਦੇ 'ਤੇ ਸ਼ੁਰੂ ਹੋ ਜਾਊ। ਮੈਨੂੰ ਬਿਕਰਮਜੀਤ ਸਿੰਘ ਫਿਰੋਜ਼ਪੁਰ ਦੇ ਕਹਿੰਦੇ ਨੇ, ਤੁਸੀਂ ਦੇਖਣਾ ਚਾਹੁੰਦੇ ਹੋ ਕਿ ਜਿਹੜੀ RTI ਰਿਸਪੋਂਸ ਜਿਹਦੇ ਵਿੱਚ ਤੁਸੀਂ ਪੰਜਾਬ ਸਰਕਾਰ, ਇਹ ਕਾਂਗਰਸ ਪਾਰਟੀ ਦੀ ਜਿਹੜੀ ਸਰਕਾਰ ਹੈ, ਆ ਜਿਹੜੇ ਕਾਨੂੰਨ ਬਣਾਏ ਨੇ ਇਹ ਕਿਸਾਨੀ ਦੇ ਕਾਨੂੰਨ, ਉਹਦੇ ਵਿੱਚ ਮੈਂਬਰ ਸੀ ਜਾਂ ਨਹੀਂ? ਦੇਖੋ ਮੇਰੀ ਗੱਲ ਸੁਣੋ ਤੁਸੀਂ, ਜਦ ਮੈਂ ਕੋਈ ਗੱਲ ਕਹਿੰਦਾ ਮੈਂ ਕੋਈ ਗਲਤ ਗੱਲ ਨਹੀਂ ਕਹਿੰਦਾ, ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕੀ ਹੋਇਆ ਸੀ। ਪ੍ਰਾਈਮ ਮਿਨਿਸਟਰ ਨੇ ਇੱਕ ਚੀਫ ਮਿਨਿਸਟਰ ਦੀ ਕਮੇਟੀ ਬਣਾਈ, ਉਹਨਾਂ ਦਾ ਇੱਕ ਚੀਫ ਮਿਨਿਸਟਰ ਬਣਾ ਦਿੱਤਾ ਚੇਅਰਮੈਨ, ਔਰ ਸਾਰੇ ਸਟੇਟਾਂ ਨੂੰ ਜਿਹੜੇ ਬਣਾਉਣਾ ਚਾਹੁੰਦੇ ਬੁਲਾਏ, ਪੰਜਾਬ ਨੂੰ ਨਹੀਂ ਉਹਨਾਂ ਨੇ ਪਾਇਆ ਵਿੱਚ। ਉੱਥੇ ਉਹਨਾਂ ਦੀ ਪਹਿਲੀ ਮੀਟਿੰਗ ਹੋਈ ਔਰ ਪਹਿਲੀ ਮੀਟਿੰਗ ਦੇ ਵਿੱਚ ਉੱਥੇ ਪੰਜਾਬ ਨਹੀਂ ਸੀ ਜਦੋਂ ਉਹਨਾਂ ਨੇ ਪੋਲੀਟੀਕਲ ਫੈਸਲਾ ਕਰ ਲਿਆ। ਫਿਰ ਮੈਂ ਉਹਨਾਂ ਨੂੰ ਚਿੱਠੀ ਲਿਖੀ ਕਿ ਅਸੀਂ 40% ਅੰਨ ਦਾ ਭੰਡਾਰ ਭਰਦੇ ਹਾਂ ਪੰਜਾਬ ਵਾਲੇ, ਔਰ ਤੁਸੀਂ ਸਾਨੂੰ ਇਹਦਾ ਮੈਂਬਰ ਕਿਉਂ ਨਹੀਂ ਬਣਾਇਆ? ਫਿਰ ਉਹਨਾਂ ਨੇ ਚਿੱਠੀ ਸਾਨੂੰ ਭੇਜ ਕੇ ਇੱਕ ਮੈਂਬਰ ਸਾਡਾ ਬਣਵਾਇਆ, ਪੰਜਾਬ ਗਵਰਨਮੈਂਟ ਦਾ ਬਣਾਇਆ। ਔਰ ਇੱਕ ਮੀਟਿੰਗ ਹੋਰ ਹੋਈ, ਉਹਦੇ 'ਚ ਅਸੀਂ ਸਾਡੇ ਮਿਨਿਸਟਰ ਫਾਈਨੈਂਸ ਮਿਨਿਸਟਰ ਮਨਪ੍ਰੀਤ ਬਾਦਲ ਜੀ ਨੂੰ ਭੇਜਿਆ, ਕਿਉਂਕਿ ਉੱਥੇ ਕੋਈ ਫਾਈਨੈਂਸ਼ੀਅਲ ਇਸ਼ੂ ਸੀ, ਉਹਦੇ ਵਿੱਚ ਕੋਈ ਪੋਲਿਸੀ ਇਸ਼ੂ ਨਹੀਂ ਸੀ, ਸਿਰਫ ਫਾਈਨੈਂਸ਼ੀਅਲ ਇਸ਼ੂ ਸੀ। ਔਰ ਉਹਨਾਂ ਨੇ ਜੋ ਉੱਥੇ ਜਵਾਬ ਦੇਣੇ ਸੀ ਉਹਨਾਂ ਨੇ ਦੇ ਦਿੱਤੇ। ਆਹ ਸੀ ਅਸਲੀਅਤ। ਹੁਣ ਇਹ ਕਿਸੇ ਨੇ RTI ਦਾ ਇਹ ਵਿੱਚ ਪਾਇਆ ਸੀ ਔਰ RTI ਦਾ ਜਵਾਬ ਆ ਗਿਆ, ਜਿਹੜਾ ਮੈਂ ਅਖਬਾਰ 'ਚ ਕੱਲ੍ਹ ਦੇ ਦਿੱਤਾ। ਮੈਂ ਟੈਲੀਵਿਜ਼ਨ 'ਤੇ ਵੀ ਬੋਲਿਆ, ਸਭ ਕੁਝ ਦੇ ਕੇ ਬਿਲਕੁਲ ਝੂਠ ਬੋਲਦੇ ਨੇ ਇਹ ਜਿਹੜੇ ਵਿਰੋਧੀ ਸਾਡੇ ਪਾਰਟੀਆਂ ਨੇ, ਚਾਹੇ ਅਕਾਲੀ ਦਲ ਹੈ ਚਾਹੇ ਇਹ ਆਮ ਆਦਮੀ ਪਾਰਟੀ ਹੈ, ਬਿਲਕੁਲ ਝੂਠੇ ਨੇ। ਉਹਨਾਂ ਨੂੰ ਪਤਾ ਨਹੀਂ ਕਿ ਅਸਲੀਅਤ ਕੀ ਹੈ। ਅਸਲੀਅਤ ਇਹ ਹੈ ਜੋ ਮੈਂ ਦੱਸ ਰਿਹਾ। ਔਰ ਤੁਹਾਨੂੰ ਹੋਰ ਪਤਾ ਕਰਨਾ, ਤੁਸੀਂ RTI ਨੂੰ ਤੁਸੀਂ ਲਿਖ ਦਿਓ, ਤੁਸੀਂ ਮੰਗ ਲਓ, ਉਹ ਤੁਹਾਨੂੰ ਕਾਪੀ ਭੇਜ ਦੇਣਗੇ ਉਸ 'ਤੇ। ਮੋਹਿਤ ਭਗਤ ਜੀ ਪੁੱਛਦੇ ਨੇ ਕਿ JEE ਔਰ LDC PSPCL ਦੇ ਵਿੱਚ
ਕੁਛ ਉਦੋਂ ਕਦੋਂ ਰੱਖੇ ਜਾਣਗੇ। ਇਹ ਇੱਕ ਤੁਸੀਂ ਕਹਿ ਰਹੇ ਹੋ ਕਿ ਮੈਂ ਤੁਹਾਡਾ ਇਮਤਿਹਾਨ ਤੁਸੀਂ 1 ਸਾਲ ਹੋ ਗਿਆ ਪਾਸ ਕੀਤੇ ਨੂੰ, ਡਾਕੂਮੈਂਟ ਦੀ ਵੈਰੀਫਿਕੇਸ਼ਨ ਵੀ ਹੋ ਗਈ ਹੈ ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੋਹਿਤ ਜੀ ਕਿ ਤੁਹਾਡੇ ਅਪੋਇੰਟਮੈਂਟ ਆਰਡਰਸ ਇਸ ਮਹੀਨੇ ਦੇ ਵਿੱਚ ਹੀ ਇਸ਼ੂ ਹੋ ਜਾਣਗੇ। ਇਹ ਤਰਨਦੀਪ ਜੀ ਨੇ, ਤਰਨਦੀਪ ਬਿਲਾਸਪੁਰ ਨਿਊਜ਼ ਐਡੀਟਰ, ਨਿਊਜ਼ੀਲੈਂਡ ਤੋਂ ਆਏ ਨੇ। ਪੰਜਾਬੀ ਨਿਊਜ਼ ਵੀਕਲੀ ਹੈ ਕੋਈ, ਪੰਜਾਬੀ ਨਿਊਜ਼ ਪੇਪਰ ਨਿਊਜ਼ੀਲੈਂਡ, ਬੜਾ ਨੰਬਰ ਟੈਲੀਫੋਨ ਨੰਬਰ ਵੀ ਉਠਾ ਦਿੱਤਾ ਹੋਇਆ ਕਿ ਤੁਸੀਂ ਕਿਹਾ ਕਿ ਮੈਂ ਤਰਨਦੀਪ ਹੈ, ਨਿਊਜ਼ੀਲੈਂਡ ਤੋਂ ਆਇਆ ਹੋਇਆ ਕਿ ਮੈਂ ਕੀ ਸੋਚਦਾ ਕਿ ਜਿਹੜੇ 40 ਬੰਦਿਆਂ ਨੂੰ ਸਮਨਸ ਕੀਤੇ ਨੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ NIA ਨੇ, ਇਹ ਕਿਸਾਨੀ ਦੇ ਜਿਹੜਾ ਅੰਦੋਲਨ ਚੱਲ ਰਿਹਾ ਇਹ ਠੀਕ ਹੈ ਜਾਂ ਨਹੀਂ, ਐਂਡ ਉਹਦੇ ਵਿੱਚ ਕੋਈ ਜਰਨਲਿਸਟ ਵੀ ਨੇ। ਵਾਟ ਰੋਲ ਕੈਨ ਪੰਜਾਬ ਗਵਰਨਮੈਂਟ ਪਲੇ? ਦੇਖੋ ਕਿਸਾਨੀ ਨਾਲ, ਦੇਖੋ ਸਾਡੇ ਪੰਜਾਬੀ ਹੈ ਨਾ ਜਿਹੜੇ, ਤੁਸੀਂ ਪਿਆਰ ਨਾਲ ਤਾਂ ਜਿਹਨੂੰ ਮਰਜ਼ੀ ਮਿਲਾ ਦਿਓ, ਅਗਰ ਤੁਸੀਂ ਸਮਝਦੇ ਹੋ ਕਿ ਤੁਸੀਂ ਡਾਂਗ ਚੱਕੋਗੇ ਫਿਰ ਦੂਜੇ ਵੀ ਡਾਂਗ ਚੱਕ ਲੈਂਦੇ ਨੇ। ਇਹ ਪੰਜਾਬੀਆਂ ਦੀ ਸਾਡੀ ਇੱਕ, ਮੈਂ ਵੀ ਪੰਜਾਬੀ ਹਾਂ, ਮੈਨੂੰ ਪਤਾ ਹੈ ਕਿ ਮੇਰੇ ਦਿਲ 'ਚ ਕੀ ਗੱਲਾਂ ਚੱਲਦੀਆਂ ਨੇ, ਐਂਡ ਆਈ ਵਿਲ ਨਾਟ, ਇਹ ਮੈਂ ਐਕਸੈਪਟ ਨਹੀਂ ਕਰਦਾ। ਇਹ ਜਿਹੜਾ ਇਹ ਤੁਸੀਂ ਸਮਝੋ ਕਿ ਇਹਨਾਂ 'ਤੇ ਪ੍ਰੈਸ਼ਰ ਪਾ ਰਹੇ ਹੋ ਤੁਸੀਂ ਇਹਨਾਂ 'ਤੇ, ਮੈਂ ਬਿਲਕੁਲ ਇਹਦੇ ਉਲਟਾ ਔਰ ਮੈਂ ਕਹਿ ਚੁੱਕਿਆ ਕਿ NIA ਦੀ ਇਨਵੈਸਟੀਗੇਸ਼ਨ ਬਿਲਕੁਲ ਐਕਸੈਪਟ ਅਸੀਂ ਨਹੀਂ ਕਰਦੇ। ਵਿੱਚ ਹੀ ਖਾਲਸਾ ਏਡ ਵਾਲੇ ਸਾਰੀ ਦੁਨੀਆ ਜਾ ਕੇ ਲੋਕਾਂ ਨੂੰ ਫੁਲਕਾ ਛਕਾਉਂਦੇ ਨੇ ਜਦ ਭੁੱਖੇ ਮਰ ਰਹੇ ਨੇ ਲੋਕ, ਔਰ ਤੁਸੀਂ ਉਹਨਾਂ ਨੂੰ ਵੀ ਬੁਲਾ ਰਹੇ ਹੋ। ਹੋਰ ਪਤਾ ਨਹੀਂ ਤੁਸੀਂ ਕੋਈ ਜਰਨਲਿਸਟਾਂ ਦੀ ਗੱਲ ਕਰ ਰਹੇ ਹੋ, ਪਤਾ ਨਹੀਂ ਕਿਹੜੇ ਹੋਰ ਬੁਲਾਏ ਨੇ, ਮੈਨੂੰ ਨਹੀਂ ਪਤਾ ਉਹ ਲਿਸਟ ਕਿਹੜੀ ਹੈ ਸਾਰੀ ਦੀ, ਲੇਕਿਨ ਅਸੀਂ ਪੰਜਾਬ ਗਵਰਨਮੈਂਟ ਨਹੀਂ ਕੁਝ ਕਰ ਸਕਦੀ ਇਹਦੇ 'ਚ। ਇਹ ਸੈਂਟਰ ਵਾਲੇ ਨੇ ਜਿਹੜੇ ਕਰ ਰਹੇ ਨੇ ਆ, ਜਿਹੜੇ ਉਹਨਾਂ ਨੂੰ ਪੁੱਛੋ, BJP ਵਾਲਿਆਂ ਨੂੰ, ਹੋਮ ਮਿਨਿਸਟਰ ਕੋਲ ਜਾਓ, ਹੋਰਾਂ ਕੋਲ ਜਾਓ, ਉਹਨਾਂ ਨੂੰ ਕਹੋ ਕਿ ਜੀ ਸਾਡੇ ਬੰਦਿਆਂ ਨੂੰ ਕਿਉਂ ਤੰਗ ਕਰ ਰਹੇ ਹੋ ਤੁਸੀਂ। ਮੈਂ ਤਾਂ ਆਪਣੇ ਤੌਰ 'ਤੇ ਪਬਲਿਕ ਸਟੇਟਮੈਂਟ ਵੀ ਦੇ ਚੁੱਕਿਆ, ਮੈਂ ਅਖਬਾਰ 'ਚ ਸਟੇਟਮੈਂਟਾਂ ਵੀ ਦਿੱਤੀਆਂ ਨੇ, ਔਰ ਮੈਂ ਇਹ ਕਨਵੇ ਵੀ ਕਰ ਸਕਦਾ ਇੱਕ ਚਿੱਠੀ ਦੇ ਰਾਹੀਂ ਹੋਮ ਮਿਨਿਸਟਰ ਸਾਹਿਬ ਨੂੰ ਕਿ ਇਹ ਗਲਤ ਗੱਲਾਂ ਨਹੀਂ, ਇਹ ਬਿਲਕੁਲ ਠੀਕ ਨਹੀਂ ਹੈ। ਨੰਬਰਦਾਰ ਪਰਮਿੰਦਰ ਬਰਾੜ ਜੀ ਮਲੋਟ ਤੋਂ, ਤੁਸੀਂ ਪੁੱਛਿਆ ਮੈਨੂੰ ਕਿ ਤੁਹਾਡੀ ਮਲੋਟ ਦੀ ਸੜਕ ਮਲੋਟ ਮੁਕਤਸਰ ਬੜੀ ਖਰਾਬ ਹੈ, ਇਹਦਾ ਕੀ ਕੀਤਾ ਜਾਵੇ। ਇਹ ਨੈਸ਼ਨਲ ਹਾਈਵੇ ਹੈ ਐਂਡ ਇਹ 21-22 ਦੇ ਵਿੱਚ ਇਹਦਾ ਪ੍ਰੋਗਰਾਮ ਬਣਿਆ ਹੋਇਆ ਉਹਨੂੰ ਠੀਕ ਕਰਨ ਲਈ। ਇਹ ਥੋੜ੍ਹਾ ਜਿਹਾ ਜਦੋਂ ਮਾਘੀ ਦਾ ਮੇਲਾ ਹੋਇਆ ਸੀ, ਥੋੜ੍ਹੀ ਸਾਡੀ PWD ਨੇ ਮਦਦ ਕਰਕੇ ਪੈਚਅਪ ਪੂਚਅਪ ਕੀਤੀ ਸੀ, ਲੇਕਿਨ ਹੁਣ ਸਾਨੂੰ ਨੈਸ਼ਨਲ ਹਾਈਵੇ ਵਾਲਿਆਂ ਨੇ ਦੱਸਿਆ ਕਿ 21-22 ਦੇ ਵਿੱਚ ਇਹਨੂੰ ਦਿੱਤਾ ਗਿਆ ਪ੍ਰੋਗਰਾਮ 'ਚ ਔਰ ਇਹਨੂੰ ਕੰਪਲੀਟ ਕਰਨਗੇ। ਉਹ ਇਹ ਗੱਲਾਂ ਸੀਆਂ ਜਿਹੜੀਆਂ ਤੁਸੀਂ ਸਵਾਲ ਕਰਦੇ ਰਹਿੰਦੇ ਹੋ ਮੈਨੂੰ। ਦੇਖੋ ਜਿਹੜਾ ਕੁਛ ਹੋ ਰਿਹਾ, ਅਸੀਂ ਬੜੀ, ਇਹ ਸਾਲ ਜਿਹੜਾ ਲੰਘਿਆ ਕੁਛ ਇਹਦਾ ਹੀ ਮਾੜਾ ਸਾਲ ਸੀ। ਪਹਿਲਾਂ ਕੋਵਿਡ, ਕਿੰਨਾ ਨੁਕਸਾਨ ਸਾਡੇ ਲੋਕਾਂ ਦਾ ਉਹਦੇ ਵਿੱਚ ਹੋਇਆ, ਕਿੰਨਾ ਸਾਡਾ ਆਰਥਿਕ ਤੌਰ 'ਤੇ ਹੋਇਆ, ਕਿੰਨਾ ਜਾਨੀ ਨੁਕਸਾਨ ਹੋਇਆ, ਲੇਕਿਨ ਮਾਰਚ ਤੋਂ ਲੈ ਕੇ ਉਹ ਚੱਲਿਆ ਪਹਿਲਾਂ, ਫਿਰ ਆ ਹੁਣ ਉਸ ਤੋਂ ਬਾਅਦ ਇੰਡਸਟਰੀ ਸਾਡੀ ਔਖੀ ਤਰੀਕੇ ਨਾਲ ਉੱਠਣ ਲੱਗੀ, ਔਰ ਫਿਰ ਹੁਣ ਆ ਕੇ ਇਹਨਾਂ ਨੇ ਜਾ ਕੇ ਸਾਡੇ 'ਤੇ ਕਿਸਾਨੀ ਦੇ ਨਾਲ ਇਹ ਸ਼ੁਰੂ ਕਰਾਤਾ, ਉਹਨਾਂ ਦਾ ਨੁਕਸਾਨ ਕਰਾਤਾ। ਕਦੇ ਸੋਚਦੇ ਵੀ ਨੇ, ਮੈਨੂੰ ਕਦੇ ਸਮਝ ਨਹੀਂ ਆਉਂਦੀ ਕਿ ਇਹ ਲੋਕ ਕਦੇ ਇਹ ਵੀ ਸੋਚਦੇ ਨੇ ਕਿ ਗਰੀਬ ਲੋਕ ਨੇ, ਛੋਟੀ ਜ਼ਮੀਨਾਂ ਨੇ, ਮਸਾਂ ਆਪਣਾ ਗੁਜ਼ਾਰਾ ਕਰਦੇ ਨੇ, ਔਰ ਫਿਰ ਜਾ ਕੇ ਤੁਸੀਂ ਉਹਨਾਂ ਦੇ ਠੱਪਦੇ। ਔਰ ਦੂਸਰਾ ਮੈਂ ਪੁੱਛਣਾ ਚਾਹੁੰਦਾ ਇਹਨਾਂ ਨੂੰ, ਸੰਵਿਧਾਨ ਹੈ ਇਸ ਦੇਸ਼ 'ਚ ਜਾਂ ਨਹੀਂ? ਅਗਰ ਸੰਵਿਧਾਨ ਹੈ ਇਸ ਦੇਸ਼ ਦੇ ਵਿੱਚ ਤਾਂ ਫਿਰ ਸ਼ਡਿਊਲ 7 ਦੇ ਸੈਕੰਡ ਪਾਰਟ ਦੇ ਵਿੱਚ, ਪਾਰਟ 2 ਦੇ ਵਿੱਚ ਐਗਰੀਕਲਚਰ ਮੇਰਾ ਸਬਜੈਕਟ ਸੀ, ਪੰਜਾਬ ਦਾ ਸਬਜੈਕਟ ਸੀ, ਹਿਮਾਚਲ ਦਾ ਸਬਜੈਕਟ ਹੈ, ਹਰਿਆਣੇ ਦਾ ਸਬਜੈਕਟ ਹੈ, ਦਿੱਲੀ ਦਾ ਸਬਜੈਕਟ ਨਹੀਂ ਹੈ ਪਾਰਲੀਮੈਂਟ ਦਾ। ਕਿਉਂ ਤੁਸੀਂ ਇਹ ਚੇਂਜ ਕੀਤਾ ਵਿਦਆਊਟ ਐਨੀ ਕਿਸੇ ਨੋਟਿਸ ਕਰਨੇ ਜਾਂ ਪਾਰਲੀਮੈਂਟ ਦੇ ਵਿੱਚ ਡਿਸਕਸ਼ਨ ਕੀਤੀ? ਲੋਕ ਸਭਾ ਦੇ ਵਿੱਚ ਪਾਸ ਕਰਤਾ ਕਿਉਂਕਿ ਉਹਨਾਂ ਦੇ ਕੋਲ ਬਹੁਤ ਮੈਂਬਰ ਨੇ, ਰਾਜ ਸਭਾ ਜਿੱਥੇ ਉਹਨਾਂ ਦੇ ਉਹ ਸਮਝਦੇ ਸੀ ਕਿ ਕੋਈ ਗੜਬੜ ਹੋ ਜਾਏ, ਉੱਥੇ ਪਾਸ ਹੀ ਨਹੀਂ ਕੀਤਾ, ਉੱਥੇ ਬਸ ਉਹੀ ਰੌਲਾ ਪਾ ਕੇ ਪਾ ਕੇ ਪਾਸ ਕਰਤਾ। ਇਹ ਤਰੀਕੇ ਨਹੀਂ ਹੁੰਦੇ ਇਸ ਕੰਮ ਕਰਨ ਦੇ। ਇਹਦੇ ਨਾਲ ਨੁਕਸਾਨ ਸਾਡਾ ਦੇਸ਼ ਹੋ ਰਿਹਾ। ਹੁਣ ਅੱਜ ਜਿਹੜਾ ਸਾਰੀ ਕਿਸਾਨੀ ਅੰਦੋਲਨ ਦੇ ਕਰ ਰਹੀ ਹੈ, ਚਾਹੇ ਤੁਸੀਂ ਕਹਿ ਰਹੇ ਹੋ ਕਿ ਸਿਰਫ ਪੰਜਾਬੀ ਕਰ ਰਹੇ ਨੇ, ਪੰਜਾਬੀ ਕਿਤੇ ਕਰ ਰਹੇ ਨੇ, ਹਰਿਆਣਵੀ ਬੈਠੇ ਨੇ, ਸਾਡੇ ਉੱਤਰਾਖੰਡ ਦੇ ਬੈਠੇ ਨੇ, ਦਿੱਲੀ ਦੇ ਕਿਸਾਨ ਬੈਠੇ ਨੇ ਜਿਹੜੇ ਦਿੱਲੀ ਦੇ ਵਿੱਚ ਪਿੰਡ ਨੇ, ਔਰ ਇੱਧਰਲੇ ਪਾਸੇ ਤੁਸੀਂ ਕੋਈ ਵੀ ਇੱਧਰਲੇ ਪਾਸਿਆਂ ਦੇ ਦੇਖ ਲਓ, ਲੋਕ ਕਿਤੋਂ ਨਾ ਕਿਤੋਂ ਆਏ ਹੋਣੇ ਆ। ਹੁਣ ਮੈਂ ਨਹੀਂ ਕਹਿ ਸਕਦਾ ਕਿ ਹੁਣ ਕੇਰਲਾ ਅਤੇ ਕਿਤੇ ਤਾਮਿਲਨਾਡੂ ਦੇ ਵਿੱਚ ਸਾਰੀ ਕਿਸਾਨੀ ਉੱਠ ਕੇ ਤੁਰ ਪਿਓ, ਕਿਸੇ ਆ ਸਕਦੇ ਨੇ ਇੰਨੇ ਹਜ਼ਾਰਾਂ ਮੀਲ ਤੋਂ, ਲੇਕਿਨ ਉਹਨਾਂ ਦੇ ਨੁਮਾਇੰਦੇ ਆਏ ਨੇ ਔਰ ਨੁਮਾਇੰਦੇ ਉੱਥੇ ਬੈਠੇ ਨੇ। ਸਾਡੇ ਪੰਜਾਬ ਦੇ ਤਕਰੀਬਨ 80,000 ਉੱਥੇ ਕਿਸਾਨ ਬੈਠੇ ਨੇ,
ਹਰਿਆਣੇ ਦੇ ਵੀ ਇੰਨੇ ਹੀ ਹੋਣੇ ਆ, ਰਾਜਸਥਾਨ ਦੇ ਵੀ ਇੰਨੇ ਹੋਣੇ ਆ, ਵੈਸਟ ਯੂਪੀ ਦੇ ਵੀ ਇੰਨੇ ਹੋਣੇ ਆ, ਸਾਰੇ ਕਿਤੋਂ ਆਏ ਨੇ। ਤਾਂ ਇਹ ਤਾਂ ਇੱਕ ਅੰਦੋਲਨ ਪੰਜਾਬੀਆਂ ਦਾ ਨਹੀਂ, ਇਹ ਸਾਰੇ ਕਿਸਾਨੀ ਦਾ ਅੰਦੋਲਨ ਹੈ। ਔਰ ਮੇਰਾ ਖਿਆਲ ਸਾਰਿਆਂ ਨੂੰ ਸਮਝਣਾ ਚਾਹੀਦਾ ਹੈ ਕਿ ਉਹਨਾਂ ਨੂੰ ਦੁੱਖ ਕੀ ਹੈ, ਔਰ ਸਮਝਣਾ ਚਾਹੀਦਾ ਕਿ 11ਵੀਂ ਵਾਰ ਇਹਨਾਂ ਦੀ ਹੁਣ ਅੱਜ ਮੀਟਿੰਗ ਹੋਈ ਹੈ, ਪਤਾ ਨਹੀਂ 12ਵੀਂ ਵਾਰ ਹੈ ਅੱਜ। ਕਿੰਨਾ ਤੁਸੀਂ ਹੋਰ ਰੱਖੋਗੇ ਇਸ ਨੂੰ? ਤੁਸੀਂ ਸਮਝ ਲਓ ਇੱਕ ਕੀ ਇਹਦੇ 'ਚ ਕੋਈ ਦੱਸੋ ਮੈਨੂੰ ਕੋਈ ਨੁਕਸ ਹੋ ਸਕਦਾ ਹੈ ਅਗਰ ਤੁਸੀਂ ਇਹ ਜਿਹੜੇ ਕਿੰਨੀ ਵਾਰ ਕੌਨਸਟੀਟਿਊਸ਼ਨ ਬਦਲੇ ਸੰਵਿਧਾਨ ਦੀ ਜਦ ਤੋਂ 1950 ਦੇ ਵਿੱਚ ਅਡੋਪਟ ਹੋਇਆ, ਮੇਰਾ ਖਿਆਲ 130 ਜਾਂ 140 ਵਾਰ ਇਸ ਸੰਵਿਧਾਨ ਨੂੰ ਬਦਲਿਆ ਗਿਆ। ਉਹ ਜਿਹੜੇ ਐਕਟ ਸੀ ਉਹਦੇ ਵਿੱਚ ਉਹਦੇ ਜੋ ਕਾਨੂੰਨ ਬਦਲਿਆ, ਇੱਕ ਵਾਰ ਹੋਰ ਨਹੀਂ ਬਦਲ ਸਕਦੇ ਤੁਸੀਂ। ਬਦਲ ਕੇ ਠੀਕ ਹੈ, ਕਿਸਾਨ ਨਹੀਂ ਚਾਹੁੰਦੇ, ਅਸੀਂ ਬਦਲ ਰਹੇ ਹਾਂ, ਫਿਰ ਅਸੀਂ ਕਿਸਾਨਾਂ ਨਾਲ ਬਹਿ ਕੇ ਕਮੇਟੀ ਬਿਠਾ ਕੇ ਇੱਕ ਨਵਾਂ ਅਸੀਂ ਘੜਾਂਗੇ ਔਰ ਫਿਰ ਅਸੀਂ ਪਾਰਲੀਮੈਂਟ ਦੇ ਵਿੱਚ ਲਿਆਵਾਂਗੇ। ਇਹੋ ਜਿਹੀ ਗੱਲ ਕਰ ਲਓ। ਲੇਕਿਨ ਅੜਪਨ ਕਿ ਮੈਂ ਤਾਂ ਕਰਨਾ ਹੈ, ਮੈਂ ਤਾਂ ਗੱਲ ਹੀ ਨਹੀਂ ਕਰਨੀ, ਇਹ ਕਿਆ ਮਤਲਬ ਹੋਇਆ? ਫਿਰ ਆਪਾਂ ਲੋਕ ਰਾਜ ਹੈ ਜਾਂ ਨਹੀਂ ਹੈ? ਇਹ ਸਮਝਣ ਵਾਲੀ ਗੱਲਾਂ ਨੇ। ਔਰ ਮੈਂ ਤੁਹਾਡੇ ਨਾਲ ਬਿਲਕੁਲ ਮੈਂ ਮੇਰੀ ਹਮਦਰਦੀ, ਮੇਰੇ ਪਾਰਟੀ ਦੀ ਹਮਦਰਦੀ 101% ਪੰਜਾਬ ਦੀ ਕਿਸਾਨੀ ਦੇ ਨਾਲ ਹੈ। ਅਸੀਂ ਖੜ੍ਹੇ ਹਾਂ ਤੁਹਾਡੇ ਨਾਲ, ਔਰ ਜੋ ਸਾਡੇ ਵਾਸੀ ਗੱਲ ਹੈ ਅਸੀਂ ਤੁਹਾਡੇ ਵਾਸਤੇ ਕਰਦੇ ਰਹਾਂਗੇ। ਬਹੁਤ ਧੰਨਵਾਦ। ਜੈ ਹਿੰਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।